47 ਤੋਂ ਬਾਅਦ ਇਹ ਕਹਿਣਾ ਕਿ ਆਜ਼ਾਦੀ ਆਈ, ਇਹ ਆਪਣੇ ਆਪ ਸਭ ਤੋਂ ਵੱਡੀ ਪਿਛਲੀ ਸਦੀ ਦੀ ਸਭ ਤੋਂ ਭੁਲੇਖਾ ਭਾਊ ਆਪਣੇ ਆਪ ਨੂੰ ਗੁੰਮਰਾਹ ਕਰਨ ਦੀ ਟਰਮ। ਸਿਰਫ ਸੱਤਾ ਦਾ ਤਬਾਦਲਾ ਹੋਇਆ, ਇੱਕ ਲੁੱਟਣ ਵਾਲੇ ਦੁਰਜਨ ਦੀ ਜਗ੍ਹਾ ਦੂਜਾ ਅਸੁਰ ਆ ਗਿਆ, ਬਸ ਉਹਦਾ ਰੰਗ ਬਦਲਿਆ। ਜਿਹੜੀ ਖਾਲਸੇ ਦੀ ਜੰਗ ਹੈ ਉਹ ਸਦੀਵੀ ਹੈ, ਉਹ ਮੁੱਕਣ ਵਾਲੀ ਨਹੀਂ ਹੈ ਕਦੇ, ਕਿਉਂਕਿ ਮਹਾਰਾਜ ਕਹਿੰਦੇ ਕਿ असुर संहारवे को संकट निवारवे को दुर्जन के मारवे को खालसा बनाए। हुण ना तो असुर मुक्कने, ना संकट मुक्कने आ ते ना दुर्जन मुक्कने आ, इस करके ना खालसे की जंग मुक्कनी। जो राज करन दे तरीकाकार जो संस्थावां फिरंगी ने बनाईयां सीगियां, ਉਹਨਾਂ ਹੀ ਕਾਨੂੰਨਾਂ ਦੇ ਤਹਿਤ ਉਹਨਾਂ ਹੀ ਸੰਸਥਾਵਾਂ ਦੇ ਨਾਲ ਅੱਜ ਵੀ ਰਾਜ। ਜਦੋਂ ਅਕਾਲੀ ਲਹਿਰ ਦੇ ਵਿੱਚ ਪਹਿਲੀ ਸ਼ਹਾਦਤ ਹੋਈ ਤਰਨਤਾਰਨ ਸਾਹਿਬ, ਥੋੜ੍ਹੇ ਜਿਹੇ ਸਿੱਖ ਗਏ, ਹਜ਼ਾਰਾ ਸਿੰਘ ਹੁਣੀ ਸੀਗੇ ਜਿਹੜੇ ਸਭ ਤੋਂ ਪਹਿਲਾਂ ਸ਼ਹੀਦ ਹੋਏ। ਜਦੋਂ ਜਾਣ ਲੱਗੇ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਬਹੁਤ ਥੋੜ੍ਹੇ ਹੋ, ਤੁਹਾਡੇ ਤੋਂ ਇਹ ਜਿੱਤਿਆ ਨਹੀਂ ਜਾਣਾ। ਉਹ ਕਹਿੰਦੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਚੱਲੇ ਆ ਕਿ ਪੰਥ ਦਸ਼ਮੇਸ਼ ਦਾ ਰਾਖਾ ਗੁਰੂ ਆਪ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਪੰਥ ਦੇ ਆਪ ਵਾਰਸ ਹੈ, ਉਹਨਾਂ ਨੇ ਪੰਥ ਦੀ ਬੁਲੰਦੀ, ਪੰਥ ਦੀ ਸ਼ਾਨ ਆਪ ਕਰ ਲੈਣੀ। ਜਿੱਦਾਂ ਹੁਣ ਕਿਸਾਨੀ ਮੋਰਚੇ 'ਚ ਹੋਈ, ਕਿਸਾਨੀ ਮੋਰਚੇ ਦੇ ਵਿੱਚ ਗੁਰੂ ਖਾਲਸਾ ਪੰਥ ਦੀ ਅਜ਼ਮਤ ਦੇ ਝੰਡੇ ਅਸਮਾਨ ਜਿੰਨੇ ਉੱਚੇ ਬੁਲੰਦ ਹੋਏ। ਪਰ ਜੇ ਤੁਸੀਂ ਕਹੋ ਕਿਸੇ ਬੰਦੇ ਦੀ ਭੂਮਿਕਾ ਲੱਭੋ ਜਾਂ ਕਿਸੇ ਜਥੇਬੰਦੀ ਦੀ ਭੂਮਿਕਾ ਲੱਭੋ, ਲੱਭਦੀ ਨਹੀਂ। ਬਿਨਾਂ ਕਿਸੇ ਜਥੇਬੰਦੀ ਦੇ ਸਪਸ਼ਟ ਰੂਪ ਤੋਂ ਬਿਨਾਂ ਗੁਰੂ ਖਾਲਸਾ ਪੰਥ ਦੀ ਜਿਹੜੀ ਅਜ਼ਮਤ ਸ਼ਾਨ ਹੈ ਉਹ ਬੁਲੰਦ ਹੋਈ। ਮਹਾਰਾਜ ਆਪਦੇ ਪੰਥ ਦੀ ਸ਼ਾਨ ਆਪ ਬੁਲੰਦ ਕਰਨ ਦੇ ਸਮਰੱਥ ਹੈ। ਆਪਾਂ ਅਰਦਾਸ ਕਰੀਏ ਕਿ ਮਹਾਰਾਜ ਦੇ ਇਸ ਕਾਰਜ ਦੇ ਵਿੱਚ ਜਿਹੜਾ ਮਹਾਰਾਜ ਨੇ ਪੰਥ ਸਾਜਿਆ, ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਉਹਦੇ ਹੁਕਮ ਦੇ ਨਾਲ, ਜਿਹਨੇ ਸਦਾ ਸੁਰ ਸੰਘਾਰਨੇ ਆ, ਸੰਕਟ ਖਤਮ ਕਰਨੇ ਆ, ਦੁਰਜਨ ਨਿਵਾਰਨੇ ਆ, ਉਸ ਸੇਵਾ ਦੇ ਜਗ ਦੇ ਵਿੱਚ ਮਹਾਰਾਜ ਆਪਣੇ ਕੋਲੋਂ ਵੀ ਇਹਨਾਂ ਸ਼ਹੀਦਾਂ ਦੇ ਰਸਤੇ 'ਤੇ ਚੱਲਦੇ ਆ ਕੁਛ ਤਿਲ ਫੁੱਲ ਸੇਵਾਵਾਂ ਮਹਾਰਾਜ ਲੈ। ਚਵਰ ਛਤਰ ਤਖਤ ਜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਦੀਪ ਸਿੰਘ ਹੋਣਾ ਨੇ ਬੱਬਰ ਅਕਾਲੀ ਲਹਿਰ ਦੇ ਪ੍ਰਥਾਏ ਤਥਾ ਇਸ ਨਗਰ ਬੱਬਰ ਮਜਾਰਾ ਦੇ ਪ੍ਰਥਾਏ ਜੋ ਇਤਿਹਾਸ ਸੁਣਾਇਆ, ਉਹ ਇਤਿਹਾਸ ਪੂਰੇ 100 ਸਾਲ ਦੇ ਵਿੱਚ ਫੈਲਿਆ ਹੋਇਆ ਇਤਿਹਾਸ ਹੈ। ਬੱਬਰ ਬਰਿਆਮ ਸਿੰਘ, ਬੱਬਰ ਰਾਮ ਸਿੰਘ ਹੋਣਾ ਦੀ ਜਾਂ ਬੱਬਰ ਕਰਤਾਰ ਸਿੰਘ ਹੋਣਾ ਦੀ ਜਿਹੜੀ ਗੱਲ ਸ਼ੁਰੂ ਕੀਤੀ, ਉਹ ਅੱਜ ਤੋਂ 100 ਸਾਲ ਪਹਿਲਾਂ ਹੋਏ ਨੇ, ਕਾਰਜਸ਼ੀਲ ਹੋਏ ਸੀਗੇ। ਅਤੇ ਉਸ ਤੋਂ ਬਾਅਦ ਜਿਹੜੀ ਅਕਾਲੀ ਮੋਰਚੇ ਬਾਕੀ ਚੱਲੇ ਜਾਂ ਪੰਜਾਬੀ ਸੂਬਾ ਮੋਰਚਾ ਚੱਲਿਆ, ਉਸ ਦੇ ਵਿੱਚ ਜਾਂ ਆਜ਼ਾਦ ਹਿੰਦ ਫੌਜ ਦੇ ਵਿੱਚ, ਜਾਂ 1984 ਤੋਂ ਬਾਅਦ ਜਿਹੜਾ ਖਾੜਕੂ ਸੰਘਰਸ਼ ਚੱਲਿਆ, ਉਹਦੇ ਵਿੱਚ ਇਸ ਨਗਰ ਦੇ ਕੁਲਵਿੰਦਰ ਸਿੰਘ ਜਾਂ ਛੋਟੇ ਮਜਾਰੇ ਤੋਂ ਭਾਈ ਸੰਤੋਖ ਸਿੰਘ ਜਿਹਨਾਂ ਦੀ ਸ਼ਹਾਦਤ ਹੋਈ, ਉਹਨਾਂ ਦੇ ਜ਼ਿਕਰ ਹੋਏ। ਮੈਂ ਸਮਝਦਾ ਕਿ 4 ਛੋਟੇ ਨੁਕਤੇ ਮੈਂ ਥੋੜ੍ਹੇ ਸਮੇਂ ਦੇ ਵਿੱਚ ਰੱਖਣੇ। ਉਹ ਇਹ ਕਿ ਜਿਸ ਤਰ੍ਹਾਂ ਇਸ ਨਗਰ ਦਾ ਇਤਿਹਾਸ ਹੈ, 100 ਸਾਲ ਦਾ ਤਾਂ ਪਿਛਲੇ ਦਾ ਅਸੀਂ ਸੁਣਿਆ, ਪਰ ਮੈਂ ਇਹ ਵੀ ਸੁਣਿਆ ਕਿ ਜਿਸ ਵਕਤ ਗੁਰੂ ਖਾਲਸਾ ਪੰਥ ਨੇ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਅਗਵਾਈ ਦੇ ਵਿੱਚ ਰਾਹੋਂ ਰਿਆਸਤ ਜਿੱਤੀ ਹੈ, ਕਿਉਂਕਿ ਰਾਹੋਂ ਕਿਸੇ ਵਕਤ ਦੁਆਬੇ ਦੀ ਰਾਜਧਾਨੀ ਰਿਹਾ, ਡੱਲੇਵਾਲੀਆ ਮਿਸਲ ਦੀ ਰਾਜਧਾਨੀ ਰਿਹਾ। ਜਦੋਂ ਸਿੱਖਾਂ ਨੇ ਰਾਹੋਂ ਜਿੱਤੀ ਆ ਤਾਂ ਜਿਹੜਾ ਸਿੱਖਾਂ ਦਾ ਸ਼ਾਹੀ ਕੈਂਪ ਸੀਗਾ, ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ ਜਿਹੜਾ ਪੜਾਅ ਸੀਗਾ, ਉਹ ਇਸ ਜਗ੍ਹਾ ਸੀਗਾ। ਅਤੇ ਉਹ ਜੰਗ ਜਿੱਤਣ ਤੋਂ ਬਾਅਦ ਜਿਹੜੇ ਸਿੰਘਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਇਸ ਜੰਗ ਦੇ ਵਿੱਚ, ਉਹਨਾਂ ਦੇ ਸਰੀਰ ਵੀ ਇਸੇ ਜਗ੍ਹਾ ਲਿਆ ਕੇ ਸੰਸਕਾਰ ਕੀਤੇ ਗਏ ਸੀ। ਸੋ ਮਤਲਬ ਪੰਜਾਬ ਦੇ ਜੇ ਇਤਿਹਾਸ ਦੇ ਵਿੱਚ ਤੁਸੀਂ ਜਾਓ
ਤੇ ਪੰਜਾਬ ਦੇ ਹਰ ਚੱਪੇ ਚੱਪੇ ਦੇ ਵਿੱਚ ਇਤਿਹਾਸ ਪਿਆ ਹੈ। ਪਰ ਪਿਛਲੇ 100 ਸਾਲ ਦੇ ਵਿੱਚ ਜੋ ਵਿੱਦਿਆ ਪੜ੍ਹਾਈ ਗਈ ਆ ਸਾਨੂੰ, ਉਹਦੇ ਚੱਲਦਿਆਂ ਅਸੀਂ ਆਪਣਾ ਇਤਿਹਾਸ ਹੈ ਜਿਹੜਾ, ਆਪਣੇ ਪਿੰਡਾਂ ਦਾ ਇਤਿਹਾਸ ਹੈ, ਆਪਣੇ ਬਜ਼ੁਰਗਾਂ ਦਾ ਇਤਿਹਾਸ ਹੈ, ਉਹਦੇ ਤੋਂ ਹੀ ਅਸੀਂ ਪਰੇ ਹੋ ਗਏ ਹਾਂ। ਇੱਥੇ ਸ਼ੋਕਰਾ ਪਿੰਡ ਦੇ ਵੀ ਸੱਜਣ ਬੈਠੇ, ਮੈਨੂੰ ਲੱਗਦਾ ਨਹੀਂ ਹੈ ਕਿ ਸ਼ੋਕਰਾਂ ਦੇ ਜਿਹੜੇ ਅੱਜ ਦੇ ਨੌਜਵਾਨ ਹੈ ਉਹਨਾਂ ਨੂੰ ਪਤਾ ਹੋਏ ਕਿ ਜਦੋਂ ਸਿੱਖਾਂ ਨੇ ਰਾਹੋਂ ਜਿੱਤੀ ਤੇ ਲੜਾਈ ਸ਼ੋਕਰੀ ਹੋਈ ਸੀਗੀ। ਤੋ ਇਸ ਤਰ੍ਹਾਂ ਦਾ ਇਤਿਹਾਸ ਸਾਨੂੰ, ਆਪਣੇ ਬਜ਼ੁਰਗਾਂ ਦਾ ਇਤਿਹਾਸ, ਆਪਣੇ ਇਲਾਕੇ ਦਾ ਇਤਿਹਾਸ ਜਾਣਨ ਦੀ ਜ਼ਰੂਰਤ ਹੈ, ਕਿਉਂਕਿ ਇਤਿਹਾਸ ਸਾਨੂੰ ਭਵਿੱਖ ਲਈ ਰਸਤਾ ਦੱਸਦਾ ਹੈ। ਇਤਿਹਾਸ ਭਵਿੱਖ ਦੇ ਜਿਹੜੇ ਵਿਖੜੇ ਸਮੇਂ ਹੈ ਉਹਨਾਂ 'ਤੇ ਚੱਲਣ ਲਈ ਪ੍ਰੇਰਨਾ, ਉਤਸ਼ਾਹ ਦਿੰਦਾ। ਇਸ ਕਰਕੇ ਵੀ ਇਤਿਹਾਸ ਜ਼ਰੂਰੀ ਆ ਕਿ ਕਿਉਂਕਿ ਜਿਹੜੀ ਖਾਲਸੇ ਦੀ ਜੰਗ ਹੈ ਉਹ ਸਦੀਵੀ ਹੈ, ਉਹ ਮੁੱਕਣ ਵਾਲੀ ਨਹੀਂ ਹੈ ਕਦੇ ਵੀ। ਕਿਉਂਕਿ ਮਹਾਰਾਜ ਕਹਿੰਦੇ ਕਿ असुर संहारवे को संकट निवारवे को दुर्जन के मारवे को खालसा बनायो। ਹੁਣ ਨਾ ਤਾਂ ਅਸੁਰ ਮੁੱਕਣੇ, ਨਾ ਸੰਕਟ ਮੁੱਕਣੇ ਆ ਅਤੇ ਨਾ ਦੁਰਜਨ ਮੁੱਕਣੇ ਆ, ਇਸ ਕਰਕੇ ਨਾ ਖਾਲਸੇ ਦੀ ਜੰਗ ਮੁੱਕਣੀ। ਅਤੇ ਇਸ ਕਰਕੇ ਵੀ ਸਾਨੂੰ ਇਹ ਜਿਹੜਾ ਇਤਿਹਾਸ ਹੈ, ਇਹ ਆਪਣਾ ਇਤਿਹਾਸ ਹੈ ਜਿਹੜਾ ਉਹ ਘੋਖਣ ਦੀ ਲੋੜ ਹੈ, ਤਾਂ ਕਿ ਜਿਹੜੀਆਂ ਭਵਿੱਖ ਦੀਆਂ ਜੰਗਾਂ ਉਹ ਆਪਾਂ ਬਿਹਤਰ ਤਰੀਕੇ ਦੇ ਨਾਲ ਲੜ ਸਕੀਏ। ਦੂਜੀ ਬੇਨਤੀ ਜਿਹੜੀ ਮੇਰੀ ਹੈ ਉਹ ਇਹ ਆ ਕਿ ਜੋ ਜੰਗ ਬੱਬਰ ਅਕਾਲੀ ਲਹਿਰ ਦੇ ਸੂਰਮਿਆਂ ਨੇ ਲੜੀ, ਉਹ ਦਿੱਲੀ ਦਰਬਾਰ ਦੇ ਉੱਤੇ, ਦਿੱਲੀ ਤਖਤ ਦੇ ਉੱਤੇ ਉਸ ਵੇਲੇ ਫਿਰੰਗੀ ਬੈਠਾ ਸੀਗਾ, ਜਰਵਾਣੇ ਦੇ ਰੂਪ ਦੇ ਵਿੱਚ, ਅਸੁਰ ਦੇ ਰੂਪ ਦੇ ਵਿੱਚ, ਦੁਰਜਨ ਦੇ ਰੂਪ ਦੇ ਵਿੱਚ। ਉਹ ਦਰਬਾਰ ਪੰਜਾਬ ਜਾਂ ਹੋਰ ਵੀ ਸਾਰਾ ਇਹ ਜਿਹੜਾ ਖਿੱਤਾ ਹੈ ਬਹੁਤ ਵੱਡਾ, ਸਾਊਥ ਏਸ਼ੀਆ ਜਿਹਨੂੰ ਕਹਿੰਦੇ ਜਾਂ ਇੰਡੀਆ ਕਹਿੰਦੇ ਹੁਣ, ਉਹਦੇ ਮਨੁੱਖੀ ਸਰੋਤ, ਉਹਦੇ ਕੁਦਰਤੀ ਸਰੋਤ, ਉਹਨਾਂ ਦੀ ਲੁੱਟ ਕਰਨ ਦੇ ਲਈ ਉਹ ਦਿੱਲੀ ਦਰਬਾਰ 'ਤੇ ਬੈਠੇ ਸੀਗੇ। ਉਹਨਾਂ ਨੂੰ ਨਿਆਂ ਦੇਣ ਦੇ ਲਈ, ਉਹਨਾਂ ਦੇ ਵਿੱਚ ਪਿਆਰ, ਸਾਂਝੀਵਾਲਤਾ ਪੈਦਾ ਕਰਨ ਦੇ ਲਈ ਉਹ ਇੱਥੇ ਰਾਜ ਨਹੀਂ ਕਰ ਰਹੇ ਸੀਗੇ। ਅਤੇ ਅੱਜ ਵੀ ਰਾਜ ਦੇ ਵਿੱਚ ਕੋਈ ਫਰਕ ਨਹੀਂ ਹੈ। ਜੋ ਰਾਜ ਕਰਨ ਦੇ ਤਰੀਕਾਕਾਰ, ਜੋ ਸੰਸਥਾਵਾਂ ਫਿਰੰਗੀ ਨੇ ਬਣਾਈਆਂ ਸੀਗੀਆਂ, ਉਹਨਾਂ ਹੀ ਕਾਨੂੰਨਾਂ ਦੇ ਤਹਿਤ, ਉਹਨਾਂ ਹੀ ਸੰਸਥਾਵਾਂ ਦੇ ਨਾਲ ਅੱਜ ਵੀ ਰਾਜ ਹੋ ਰਿਹਾ। ਅੰਗਰੇਜ਼ਾਂ ਨੇ ਸਾਡੇ ਬਜ਼ੁਰਗਾਂ ਨੂੰ ਗੁਲਾਮ ਬਣਾ ਕੇ ਰੱਖਣ ਦੇ ਲਈ IPC ਇੰਡੀਅਨ ਪੀਨਲ ਕੋਡ 1860 'ਚ ਬਣਾਇਆ ਸੀਗਾ। ਅੱਜ ਉਹ ਉਸੇ ਹੀ ਤਹਿਤ ਆਪਣੇ 'ਤੇ ਪਰਚੇ ਦਰਜ ਹੁੰਦੇ, ਸਗੋਂ ਉਹ ਤਿੱਖਾ ਹੋ ਗਿਆ ਹੈ ਅੱਗੇ ਨਾਲੋਂ। ਜੋ ਰਾਜ ਕਰਨ ਦੇ ਤਰੀਕਾਕਾਰ, ਜੋ ਸੰਸਥਾਵਾਂ ਫਿਰੰਗੀ ਨੇ ਬਣਾਈਆਂ ਸੀਗੀਆਂ, ਉਹਨਾਂ ਹੀ ਕਾਨੂੰਨਾਂ ਦੇ ਤਹਿਤ, ਉਹਨਾਂ ਹੀ ਸੰਸਥਾਵਾਂ ਦੇ ਨਾਲ ਅੱਜ ਵੀ ਰਾਜ ਹੋ ਰਿਹਾ। ਇੱਥੇ ਹੀ ਹੁੰਦੇ ਆ। ਅਤੇ ਉਹ ਬਿਊਰੋਕਰੇਸੀ ਉਹਨਾਂ ਨੇ ਇੱਥੇ ਲਈ ਆਜ਼ਾਦ ਕੀਤੀ ਸੀਗੀ, ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ। ਉਹੀ ਬਿਊਰੋਕਰੇਸੀ, ਬਿਊਰੋਕਰੈਟਿਕ ਸਿਸਟਮ ਅੱਜ ਵੀ ਚੱਲਦਾ ਹੈ। ਜੋ ਗਵਰਨਮੈਂਟ ਆਫ ਇੰਡੀਆ ਦਾ ਐਕਟ 1935 'ਚ ਬਣਿਆ ਸੀਗਾ, ਜਿਹਦੇ ਕੋਲ ਸਾਰੀਆਂ ਐਗਜ਼ੀਕਿਊਟਿਵ, ਕਾਰਜਕਾਰੀ ਪਾਵਰਾਂ ਅਫਸਰਸ਼ਾਹੀ ਕੋਲ ਹੈ, ਉਸੇ ਐਕਟ ਦੇ ਤਹਿਤ ਅੱਜ ਇੰਡੀਆ ਚੱਲਦਾ ਹੈ। ਤਾਂ ਕੁਛ ਵੀ ਫਰਕ ਨਹੀਂ ਹੈ। ਅੱਜ ਵੀ ਸਾਡੇ ਮਸਲੇ ਅੱਗੇ ਤੋਂ ਵੀ ਗੁੰਝਲਦਾਰ, ਅੱਗੇ ਤੋਂ ਵੀ ਪੇਚੀਦਾ ਹੋ ਗਏ ਨੇ, ਕਿਉਂਕਿ ਲੁੱਟ ਆ ਜਿਹੜੀ ਉਹ ਬਾਦਸਤੂਰ ਜਾਰੀ ਹੈ। ਤਾਂ ਇਸ ਕਰਕੇ ਕੋਈ ਫਰਕ ਨਹੀਂ ਹੈ। 47 ਤੋਂ ਬਾਅਦ ਇਹ ਕਹਿਣਾ ਕਿ ਆਜ਼ਾਦੀ ਆਈ, ਇਹ ਆਪਣੇ ਆਪ ਸਭ ਤੋਂ ਵੱਡੀ, ਪਿਛਲੀ ਸਦੀ ਦੀ ਸਭ ਤੋਂ ਭੁਲੇਖਾ ਪਾਊ, ਆਪਣੇ ਆਪ ਨੂੰ ਗੁੰਮਰਾਹ ਕਰਨ ਦੀ ਟਰਮ ਹੈ। ਸਿਰਫ ਸੱਤਾ ਦਾ ਤਬਾਦਲਾ ਹੋਇਆ, ਇੱਕ ਲੁੱਟਣ ਵਾਲੇ ਦੁਰਜਨ ਦੀ ਜਗ੍ਹਾ ਦੂਜਾ ਅਸੁਰ ਆ ਗਿਆ, ਬਸ ਉਹਦਾ ਰੰਗ ਬਦਲਿਆ। ਤੀਜੀ ਗੱਲ ਜਿਹੜੀ ਮੈਂ ਕਰਨੀ ਹੋਏ ਕਿ ਬੱਬਰ ਅਕਾਲੀ ਲਹਿਰ ਦਾ ਜੋ ਪ੍ਰਭਾਵ ਸਿਰਜਿਆ ਉਹਨਾਂ ਨੇ, ਉਹ ਇਹ ਕਿ 1924-25 ਦੇ ਵਿੱਚ ਦੁਆਬੇ ਦੇ ਜਿਹੜਾ ਇਹ ਪੂਰਾ ਦੁਆਬਾ ਹੈ, ਇਹਦੇ ਵਿੱਚ ਘੱਟੋ ਘੱਟ ਇਹ ਭਾਵਨਾ ਫੈਲ ਗਈ ਸੀ ਕਿ ਸਿੱਖਾਂ ਦਾ ਰਾਜ ਦੁਬਾਰਾ ਹੋਣ ਲੱਗਾ। ਇਸ ਗੱਲ ਦੀ ਗਵਾਹੀ ਸੋਹਣ ਸਿੰਘ ਜੋਸ਼, ਇੱਕ ਕਾਮਰੇਡ ਹੋਏ ਆ, ਉਹਨਾਂ ਨੇ ਅਕਾਲੀ ਮੋਰਚਿਆਂ ਦੇ ਉੱਤੇ ਕਿਤਾਬ ਲਿਖੀ ਹੋਈ ਹੈ, ਅਕਾਲੀ ਮੋਰਚਿਆਂ ਦਾ ਇਤਿਹਾਸ। ਉਹ ਕਾਮਰੇਡ ਇਸ ਗੱਲ ਦੀ ਗਵਾਹੀ ਦਿੰਦਾ ਕਿ ਉਹਨਾਂ ਨੇ ਇਹ ਨੁਕਤਾ ਲਿਖਿਆ ਕਿ ਬੱਬਰ ਅਕਾਲੀਆਂ ਦਾ ਕਿਆ ਪ੍ਰਭਾਵ ਹੋਇਆ। ਉਹਦੇ ਉੱਤੇ ਉਹ ਉਸ ਵੇਲੇ ਦੇ ਕਿਸੇ CID ਦੇ ਇੱਕ ਅਫਸਰ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਗੱਲ ਲਿਖਦਾ। ਉਹ CID ਦੀ ਜਿਹੜੀ ਰਿਪੋਰਟ ਹੈ ਉਹ ਦਿੱਤੀ ਹੋਈ ਆ ਉਸ ਕਿਤਾਬ ਦੇ ਵਿੱਚ। CID ਦੀ ਰਿਪੋਰਟ ਦੇ ਵਿੱਚ ਇਹ ਲਿਖਿਆ ਗਿਆ ਕਿ ਦੁਆਬੇ ਦੇ ਜਿਹੜੇ ਲੋਕ ਹੈ ਉਹਨਾਂ ਨੇ ਆਪਣੀਆਂ ਵਫਾਦਾਰੀਆਂ ਬੱਬਰ ਅਕਾਲੀਆਂ ਨਾਲ ਜਾਂ ਦੂਜੇ ਜਿਹੜੇ ਅਕਾਲੀ ਆ ਉਹਨਾਂ ਨਾਲ ਕਰ ਲਈਆਂ ਨੇ, ਕਿਉਂਕਿ ਉੱਥੇ ਇਹ ਹੋ ਗਿਆ ਕਿ ਸਾਰਿਆਂ ਨੂੰ ਲੱਗਣ ਲੱਗ ਗਿਆ ਕਿ ਕੁਝ ਸਮੇਂ ਦੇ ਵਿੱਚ ਹੀ ਦੁਆਬੇ ਦੇ ਵਿੱਚ ਸਿੱਖ ਰਾਜ ਵਾਪਸ ਆ ਜਾਏਗਾ।
इस करके जिन्ने भी अलंबरदार ਜਾਂ ਜਿੰਨੇ ਜੈਲਦਾਰ ਜਿੰਨੇ ਵੀ ਦੁਆਬੇ ਦੇ ਵਿੱਚ ਫਰੰਗੀ ਸਾਮਰਾਜ ਦਾ ਸਟਰਕਚਰ ਸੀਗਾ ਉਹ ਉਹਨਾਂ ਦੀ ਸਾਰੀ ਆਪਣੀ ਵਫਾਦਾਰੀ ਬਦਲ ਲਈ ਹੈ। ਉਹ ਗਵਾਹੀਆਂ ਦੇਣੋਂ ਹੀ ਛੱਡ ਗਏ, ਗਵਾਹੀਆਂ ਹੀ ਨਹੀਂ ਹੋ ਰਹੀਆਂ। ਸੋ ਉਹ ਇੱਕ ਅਸਰ ਐਸਾ ਪੈਦਾ ਕੀਤਾ, ਉਸਨੇ ਇੱਕ ਐਸੇ ਜਜ਼ਬੇ ਮਘਾਏ ਨੇ। ਉਸ ਜਜ਼ਬਿਆਂ ਨੂੰ ਤੋਂ ਉਹ ਜਿਹੜੇ ਮਨੁੱਖ ਇਕੱਲੇ ਬੱਬਰ ਅਕਾਲੀ ਲਹਿਰ 'ਚ ਨਹੀਂ, ਗੁਰਦੁਆਰਾ ਸੁਧਾਰ ਲਹਿਰ ਹੋਏ ਜਾਂ ਦੂਜੀ ਪੋਲੀਟੀਕਲ ਲਹਿਰ ਹੋਏ, ਉਹਦੇ ਵਿੱਚ ਬਹੁਤ ਵੱਡੇ ਰੂਪ ਦੇ ਵਿੱਚ ਲੋਕ ਸ਼ਾਮਲ ਹੋਏ। ਜਦੋਂ ਤੁਸੀਂ CID ਰਿਪੋਰਟ ਪੜ੍ਹੋ ਤਾਂ ਹੁਸ਼ਿਆਰਪੁਰ ਜ਼ਿਲ੍ਹਾ ਜਾਂ ਜਲੰਧਰ ਜ਼ਿਲ੍ਹਾ ਜਿਹੜਾ ਇਹ ਪਹਿਲਾਂ ਤੋਂ ਹੀ ਸਿੱਖ ਘੱਟ ਗਿਣਤੀ ਵਾਲੇ ਜ਼ਿਲ੍ਹੇ ਨੇ। ਤੋ ਪਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਅਕਾਲੀਆਂ ਦੀ ਜੋ ਸਰਕਾਰ ਦੀ ਗਿਣਤੀ ਆ, ਉਹ ਜਿਹੜੇ ਅਕਾਲੀ ਬਹੁ ਗਿਣਤੀ ਵਾਲੇ ਜਾਂ ਸਿੱਖ ਬਹੁ ਗਿਣਤੀ ਵਾਲੇ ਜ਼ਿਲ੍ਹੇ ਆ ਉਹਨਾਂ ਨਾਲੋਂ ਅਨੁਪਾਤ ਦੇ ਵਿੱਚ ਜ਼ਿਆਦੇ ਆ। ਅਤੇ ਉਹਦੇ ਵਿੱਚ ਮੈਂ ਸਮਝਣਾ ਕਿ ਜਿਹੜੇ ਬੱਬਰ ਅਕਾਲੀਆਂ ਨੇ ਇੱਕ ਪ੍ਰਭਾਵ ਪੈਦਾ ਕੀਤਾ ਸੀਗਾ, ਇੱਕ ਆਜ਼ਾਦ ਫਿਤਰਤ ਪੈਦਾ ਕੀਤੀ ਸੀਗੀ, ਉਹਦਾ ਹੀ ਇੱਕ ਇਹ ਬਹੁਤ ਵੱਡਾ ਅਸਰ ਰਿਹਾ। ਅਤੇ ਆਖਰੀ ਗੱਲ ਜਿਹੜੀ ਮੈਂ ਕਰਨੀ ਉਹ ਇਹ ਕਿ ਬੱਬਰ ਅਕਾਲੀ ਪੋਲੀਟੀਕਲੀ ਕਿਸ ਕਿਸਮ ਦੀ ਜਥੇਬੰਦੀ ਸੀਗੀ। ਪੋਲੀਟਿਕਸ ਦੇ ਵਿੱਚ ਕਦੇ ਵੀ ਜਾਂ ਸਮਾਜ ਦੇ ਵਿੱਚ ਕਿਸੇ ਵੀ ਕਿਸਮ ਦੇ ਵਿੱਚ ਇੱਕ ਕਿਸਮ ਦੀ ਸਾਰੀ ਵੰਨਗੀ ਨਹੀਂ ਹੁੰਦੀ, ਬਹੁਤ ਵੰਨਗੀ ਦੀਆਂ ਜਥੇਬੰਦੀਆਂ ਹੁੰਦੀਆਂ। ਸਿੱਖਾਂ ਦੇ ਵਿੱਚ 4 ਵੰਨਗੀ ਦੀਆਂ ਜਥੇਬੰਦੀਆਂ ਰਹੀਆਂ ਨੇ ਪਿਛਲੇ 300 ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਾਣ ਤੋਂ ਬਾਅਦ। ਇੱਕ ਸਿੱਖ ਹੁੰਦੇ ਨੇ ਜਿਨ੍ਹਾਂ ਨੂੰ ਪੁਰਾਣੇ ਵੇਲੇ ਸਿੱਖ ਚਕਰੈਲ ਕਹਿੰਦੇ ਸੀਗੇ। ਚਕਰੈਲ ਸਿੱਖ ਉਹ ਜਿਹੜੇ ਕਿਸੇ ਦੂਜੇ ਦੇ ਮਤਹਿਤ ਉਹਦੇ ਨੌਕਰ ਹੋ ਕੇ, ਚਾਹੇ ਫੌਜਦਾਰ ਨੌਕਰ ਚਾਹੇ ਸਿਵਲ ਦੇ ਨੌਕਰ ਹੋ ਕੇ ਲੜਨ, ਉਹਨਾਂ ਨੂੰ ਚਕਰੈਲ ਕਹਿੰਦੇ ਸੀਗੇ। ਅਤੇ ਉਹ ਪੰਜਾਬ ਤੋਂ ਲੈ ਕੇ ਕਰਨਾਟਕ ਤੱਕ ਰਹੇ ਨੇ ਸਿੱਖ। ਮੈਸੂਰ ਦਾ ਜਿਹੜਾ ਸੁਲਤਾਨ ਹੋਇਆ ਟੀਪੂ ਸੁਲਤਾਨ, ਤੁਸੀਂ ਸੁਣਿਆ ਹੋਣਾ, ਉਹਦਾ ਜਿਹੜਾ ਪਿਓ ਸੀਗਾ ਹੈਦਰ ਅਲੀ ਦੇ ਕੋਲ ਵੀ ਇੱਕ ਸਿੱਖਾਂ ਦੀ ਟੁਕੜੀ ਸੀਗੀ। ਜਿਹੜਾ ਹੈਦਰਾਬਾਦ ਦਾ ਨਿਜ਼ਾਮ ਸੀਗਾ ਉਹਦੇ ਕੋਲ 12 ਟੁਕੜੀਆਂ ਸੀਗੀਆਂ ਸਿੱਖਾਂ ਦੀਆਂ। ਉਹਨਾਂ ਦੀਆਂ ਅੱਜ ਵੀ ਉੱਥੇ ਨਸਲਾਂ ਹਨ। 47 ਤੱਕ ਰਿਕਰੂਟਮੈਂਟ ਰਹੀ ਉਹਨਾਂ ਦੇ ਕੋਲ। ਨੇਪਾਲ ਦੇ ਵਿੱਚ ਵੀ, ਰਾਜਪੂਤਾਨੇ ਦੇ ਵਿੱਚ ਵੀ ਸਾਰੀ ਜਗ੍ਹਾ ਜਾ ਕੇ ਸਿੱਖ ਰਾਖੀ ਪ੍ਰਬੰਧ ਦੇ ਵਿੱਚ ਉਹਨਾਂ ਦੇ ਮਤਹਿਤ ਰਹੇ। ਇੱਕ ਕਿਸਮ ਦੇ ਸਿੱਖ ਸੀਗੇ ਜਿਹਨਾਂ ਨੂੰ ਚਕਰੈਲ ਸਿੱਖ ਕਹਿੰਦੇ ਸੀ। ਜਾਂ ਇੱਥੇ ਮਿਸਲਾਂ ਵੇਲੇ ਦੀਵਾਨ ਕੌੜਾਮਲ ਹੁਣੀ ਰਹੇ, ਜਿਹੜੇ ਜ਼ਕਰੀਆ ਖਾਨ ਹੁਣਾਂ ਦੇ ਮਤਹਿਤ ਜਾਂ ਮੁਗਲਾਂ ਦੇ ਮਤਹਿਤ ਲੜਦੇ ਰਹੇ। ਦੂਜੀ ਕਿਸਮ ਦੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਮਿਲਵਰਤਣੀਏ ਕਹਿੰਦੇ ਸੀਗੇ, ਜਿਹੜੇ ਕਿਸੇ ਦੇ ਮਤਹਿਤ 'ਤੇ ਨਹੀਂ ਚੱਲਦੇ ਸੀਗੇ, ਕਿਸੇ ਦੇ ਨੌਕਰ ਨਹੀਂ ਲੱਗਦੇ ਸੀਗੇ, ਖੁਦ ਮੁਖਤਿਆਰ ਹੁੰਦੇ ਸੀਗੇ, ਪਰ ਆਪ ਤੋਂ ਉੱਪਰ ਕਿਸੇ ਦੀ ਬਾਦਸ਼ਾਹਤ ਮੰਨਦੇ ਸੀਗੇ। ਜਿਵੇਂ ਪਟਿਆਲੇ ਵਾਲੇ ਜਿਹੜੇ ਹੁਣ ਵੀ ਜਿਹੜੀ ਰਿਆਸਤ ਹੈਗੀ ਫੂਲਕੀਆ ਰਿਆਸਤ, ਜਾਂ ਉਹਨਾਂ ਦੇ ਨਾਲ ਜਿੰਨੀਆਂ ਸੰਬੰਧਿਤ 6-7 ਰਿਆਸਤਾਂ, ਫਰੀਦਕੋਟ ਰਿਆਸਤ, ਸੰਗਰੂਰ ਰਿਆਸਤ, ਕੈਥਲ, ਜੀਂਦ ਜਿਹੜੀਆਂ ਰਿਆਸਤਾਂ ਨੇ, ਉਹਨਾਂ ਦੇ ਜਿੰਨੇ ਰਾਜੇ ਸੀਗੇ ਉਹ ਲੜਦੇ ਆਪ ਦੇ ਝੰਡੇ ਦੇ ਉੱਤੇ ਸੀਗੇ, ਪਰ ਆਪ ਦੇ ਤੋਂ ਉੱਤੇ ਕਿਸੇ ਤਖਤ ਨੂੰ ਜ਼ਰੂਰ ਸਲਾਮ ਕਰਦੇ ਸੀਗੇ। ਚਾਹੇ ਉਹ ਦਿੱਲੀ ਤਖਤ ਦੇ ਮੁਗਲਾਂ ਨੂੰ ਸਲਾਮ ਕਰਨ, ਚਾਹੇ ਉਹ ਅਬਦਾਲੀ ਨੂੰ ਕਰਨ ਮੰਨਣ ਆਪ ਤੋਂ ਉੱਪਰ, ਚਾਹੇ ਉਹ ਜਦੋਂ ਸਿੱਖਾਂ ਦਾ ਰਾਜ ਹੋ ਜਾਂਦਾ ਸੀਗਾ ਉਹ ਸਿੱਖਾਂ ਨੂੰ ਆਪਦੇ ਬਾਦਸ਼ਾਹ ਮੰਨ ਲੈਂਦੇ ਸੀਗੇ। ਮੁੜ ਕੇ ਅੰਗਰੇਜ਼ ਆਏ ਤਾਂ ਅੰਗਰੇਜ਼ਾਂ ਨੂੰ ਉਹਨਾਂ ਨੇ ਆਪਣਾ ਬਾਦਸ਼ਾਹ ਮੰਨ ਲਿਆ। ਆਪਣੀ ਖੁਦਮੁਖਤਿਆਰੀ ਬਰਕਰਾਰ ਰੱਖੀ ਪਰ ਆਪਣੀ ਆਜ਼ਾਦੀ ਨਹੀਂ। ਉਹਨਾਂ ਨੂੰ ਮਿਲਵਰਤਣੀਏ ਸਿੱਖ ਕਹਿੰਦੇ ਸੀਗੇ। ਤੀਜੇ ਸਿੱਖ ਹੁੰਦੇ ਸੀਗੇ ਜਿਨ੍ਹਾਂ ਨੂੰ ਰਾਠ ਕਹਿੰਦੇ ਸੀਗੇ। ਉਹ ਕਿਸੇ ਕਿਸਮ ਦੀ ਚਾਕਰੀ ਜਾਂ ਮਿਲਵਰਤਨ ਨਹੀਂ ਰੱਖਦੇ ਸੀਗੇ। ਉਹਨਾਂ ਕੋਲ ਸਿੰਪਲ ਗੱਲ ਸੀਗੀ ਕਿ ਸੁਤੰਤਰ ਵਿਚਰਨਾ, ਜਾਂ ਬਾਗੀ ਹੈ ਜਾਂ ਬਾਦਸ਼ਾਹ, ਇਦੋਂ ਘੱਟ ਕੋਈ ਗੱਲ ਨਹੀਂ। ਤਾਂ ਉਹਦੇ ਵਿੱਚ ਮਿਸਲਾਂ ਦੇ ਵਿੱਚ ਬਹੁਤ ਸਾਰੀਆਂ ਮਿਸਲਾਂ ਸੀਗੀਆਂ। ਜਿਸ ਤਰ੍ਹਾਂ ਸਾਡੇ ਆਪਣੇ ਇੱਥੇ ਮਿਸਲ ਸੀਗੀ, ਮਿਸਲ ਡੱਲੇ ਵਾਲੀਆ ਰਾਹੋਂ ਤੋਂ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੁਣੀ ਇਸ ਕੈਟਾਗਰੀ ਦੇ ਵਿੱਚ ਸੀਗੇ। ਅਤੇ ਉਹ ਕਿਸੇ ਦੇ ਥੱਲੇ ਨਹੀਂ ਚੱਲਦੇ ਸੀਗੇ, ਉਹ ਜਾਂ ਬਾਗੀ ਹੋਊਗੇ ਜਾਂ ਬਾਦਸ਼ਾਹ ਹੋਊਗੇ। ਤਾਂ ਇੱਕ ਕੈਟੇਗਰੀ ਇਹਨਾਂ ਤੋਂ ਉੱਪਰ ਸੀਗੀ, ਉਹਨੂੰ ਕਹਿੰਦੇ ਸੀਗੇ ਅਕਾਲੀ ਫੌਜ। ਉਹ ਨਿਸ਼ਚਿਤ ਰੂਪ ਦੇ ਵਿੱਚ ਹੀ ਬਾਗੀ ਜਾਂ ਬਾਦਸ਼ਾਹ ਵਾਲੀ ਕੈਟਾਗਰੀ 'ਚ ਹੀ ਆਉਂਦੇ ਸੀਗੇ। ਪਰ ਉਹਨਾਂ ਦਾ ਰਾਠ ਸਿੱਖਾਂ ਨਾਲੋਂ ਇੱਕ ਫਰਕ ਸੀਗਾ ਕਿ ਉਹ ਜਦੋਂ ਬਾਦਸ਼ਾਹਤ ਤੱਕ ਪਹੁੰਚ ਵੀ ਜਾਂਦੇ ਸੀਗੇ ਉਦੋਂ ਉਹ ਆਪ ਕਿਸੇ ਦੁਨਿਆਵੀ ਅਹੁਦੇ 'ਤੇ ਨਹੀਂ ਬੈਠਦੇ ਸੀਗੇ। ਉਹ ਅਕਾਲ ਤਖਤ ਦੇ ਵਾਰਸ ਸੀਗੇ। ਉਹ ਸਗੋਂ ਜਿਹੜੇ ਆਜ਼ਾਦ ਸਿੱਖ ਬਾਦਸ਼ਾਹ ਹੋਏ ਉਹਨਾਂ ਦੀ ਨਿਗਰਾਨੀ ਕਰਦੇ ਸੀਗੇ। ਜਿਵੇਂ ਸਿੱਖਾਂ ਦੇ ਵਿੱਚ ਜਦੋਂ ਸਿੱਖਾਂ ਦਾ ਪਹਿਲੀ ਵਾਰੀ ਲਾਹੌਰ ਦੇ ਉੱਤੇ ਰਾਜ ਹੋਇਆ, ਜੱਸਾ ਸਿੰਘ ਆਹਲੂਵਾਲੀਆ ਉਹਨਾਂ ਨੂੰ
ਤਖਤ ਦੇ ਉੱਤੇ ਬਿਠਾਇਆ। ਉਸ ਵੇਲੇ ਇਸ ਹੈਸੀਅਤ ਦੇ ਵਿੱਚ ਨਵਾਬ ਕਪੂਰ ਸਿੰਘ ਸਨ, ਜਾਂ ਮਿਸਲ ਸ਼ਹੀਦਾਂ 'ਚ ਉਸ ਤੋਂ ਪਹਿਲਾਂ ਬਾਬਾ ਦੀਪ ਸਿੰਘ ਸੀਗੇ। ਉਹ ਬੜੇ ਸਮਰੱਥ ਸੀਗੇ, ਪਰ ਉਹਨਾਂ ਦੇ ਵੇਲੇ ਜਦੋਂ ਕੋਈ ਦੁਨਿਆਵੀ ਅਹੁਦੇ ਲੈਣ ਦੀ ਵਾਰੀ ਆਈ, ਉਹ ਦੁਨਿਆਵੀ ਅਹੁਦਿਆਂ 'ਤੇ ਨਹੀਂ ਬੈਠੇ, ਉਹ ਅਕਾਲ ਦੇ ਤਖਤ 'ਤੇ ਸੀਗੇ। ਜਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਕਾਲੀ ਫੂਲਾ ਸਿੰਘ ਜੀ ਸੀਗੇ। ਅਕਾਲੀ ਫੂਲਾ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ, ਪੰਥ ਦੇ ਪਾਤਸ਼ਾਹ ਸੀਗੇ। ਜਿਹੜਾ ਇਹ ਦੁਨਿਆਵੀ ਇਹ ਪ੍ਰਬੰਧ ਹੈ, ਉਹਦੇ ਵਿੱਚ ਜੇ ਕੋਈ ਗੁਰਮਤਿ ਤੋਂ ਉਲਟ ਚੱਲ ਰਹੀ ਹੈ ਗੱਲ, ਜੇ ਕੋਈ ਨਿਆਂ ਨਹੀਂ ਦੇ ਰਿਹਾ ਹੈ ਰਾਜਾ, ਜਾਂ ਕੁਝ ਵੀ ਗਲਤ ਕਰ ਰਿਹਾ, ਉਸ ਨੂੰ ਵੀ ਉਹ ਸਜ਼ਾ ਦੇ ਸਕਦੇ ਸੀਗੇ। ਲਗਾਤਾਰ ਸਿੱਖਾਂ ਦੇ ਵਿੱਚ ਇੱਕ ਐਸੀ ਪਰੰਪਰਾ ਰਹੀ ਹੈ। ਉਸੇ ਕਿਸਮ ਦੇ ਵਿੱਚ ਬੱਬਰ ਅਕਾਲੀ ਲਹਿਰ ਸੀ। ਬੱਬਰ ਅਕਾਲੀ ਲਹਿਰ ਲੜੀ, ਸ਼ਹਾਦਤਾਂ ਹੋਈਆਂ। ਜਿਹੜੇ ਇਹ ਅਕਾਲੀ ਫੌਜ ਹੁੰਦੀ ਆ, ਉਹਨਾਂ ਦੀ ਅਰਦਾਸ ਵੀ ਸ਼ਹਾਦਤ ਲਈ ਹੀ ਹੁੰਦੀ ਹੈ। ਜਿਸ ਤਰ੍ਹਾਂ ਹੁਣ ਖਾੜਕੂ ਮੂਵਮੈਂਟ ਹੋਈ, ਉਸ ਦੇ ਵਿੱਚ ਵੀ ਬਹੁਤ ਜਿਹੜੇ ਸਭ ਤੋਂ ਚੜ੍ਹਦੀ ਕਲਾ ਵਾਲੇ ਸਿੱਖ ਸੀਗੇ, ਉਹ ਸ਼ਹਾਦਤ ਲਈ ਹੀ ਅਰਦਾਸ ਕਰਦੇ ਸੀਗੇ। ਸੰਤ ਜਰਨੈਲ ਸਿੰਘ ਹੋਏ, ਸੰਤ ਜਰਨੈਲ ਸਿੰਘ ਹੋਣਾ ਨੇ ਵੀ ਪੋਲੀਟੀਕਲ ਲੜਾਈ ਲੜੀ। ਉਹ ਵੀ ਇਸੇ ਕਿਸਮ ਦੇ ਸੀਗੇ ਕਿ ਦੁਨਿਆਵੀ ਅਹੁਦਾ ਨਹੀਂ ਕੋਈ ਲੈਣਾ ਹੈ, ਸਟਰਗਲ ਕਰਨੀ ਆ, ਜਰਵਾਣੇ ਦੇ ਖਿਲਾਫ ਲੜਨਾ ਹੈ ਸ਼ਹਾਦਤ ਤੱਕ, ਨਿਤਾਣੇ ਦੇ ਨਾਲ ਖੜਨਾ ਹੈ ਪੂਰੇ ਤਾਣ ਦੇ ਨਾਲ, ਪਰ ਅਹੁਦਾ ਨਹੀਂ ਲੈਣਾ ਹੈ। ਸਗੋਂ ਜਿਹੜੇ ਅਹੁਦੇ 'ਤੇ ਬੈਠੇ ਆ ਉਹਨਾਂ ਦੀ ਨਿਗਰਾਨੀ ਕਰਨੀ ਆ, ਜਾਂ ਜਿਹੜੇ ਅਹੁਦੇ ਦੇ ਲਾਇਕ ਹੈ, ਤਖਤ ਦੇ ਲਾਇਕ ਹੈ, ਉਹਨਾਂ ਨੂੰ ਅਹੁਦੇ ਤੱਕ ਪਹੁੰਚਾਉਣਾ ਹੈ, ਕਿੰਗ ਮੇਕਰ ਬਣਨਾ ਹੈ। ਤੋ ਇੱਕ ਐਸੀ ਕਿਸਮ ਸਿੱਖਾਂ ਦੇ ਵਿੱਚ ਸਦਾ ਚੱਲਦੀ ਆਈ। ਬੱਬਰ ਅਕਾਲੀਆਂ ਦਾ ਸ਼ੁਰੂ ਦੇ ਵਿੱਚ ਇਹ ਪ੍ਰਚਾਰ ਵੀ ਰਿਹਾ, ਕਿਉਂਕਿ ਇਹ ਤਾਂ ਸਾਰੇ ਹਥਿਆਰਬੰਦ ਸੰਘਰਸ਼ ਵਾਲੇ ਸੀਗੇ, ਇਹਨਾਂ ਦੀ ਜਥੇਬੰਦੀ ਵੱਡੀ ਨਹੀਂ ਹੋ ਸਕਦੀ ਸੀਗੀ। ਇਹ ਜਦੋਂ ਦੀਵਾਨ ਲਾ ਕੇ ਪ੍ਰਚਾਰ ਕਰਦੇ ਸੀਗੇ ਤੇ ਸੰਗਤਾਂ ਨੂੰ ਪ੍ਰੇਰਣਾ, ਜਿਹੜਾ ਦੂਜਾ ਅਕਾਲੀ ਜਥਾ ਸੀਗਾ, ਜਿਹੜਾ ਗੁਰਦੁਆਰਾ ਸੁਧਾਰ ਲਹਿਰ ਸ਼ਾਂਤੀਮਈ ਤੌਰ 'ਤੇ ਲੜ ਰਿਹਾ ਸੀਗਾ, ਉਹਨਾਂ 'ਚ ਭਰਤੀ ਹੋਣ ਲਈ ਕਰਦੇ ਸੀ। ਸੋ ਅੱਜ ਦੀ ਜਿਹੜੀ ਸਾਡੀ ਪ੍ਰੋਬਲਮ ਹੈ, ਅੱਜ ਸਾਡੀ ਇੰਨੀ ਗੜਬੜ ਹੋ ਗਈ ਆ ਕਿ ਇਹਨਾਂ ਚਾਰਾਂ ਹੀ ਕੈਟਾਗਰੀਆਂ ਦੇ ਵਿੱਚ ਪਹਿਲਾਂ ਆਪਸ 'ਚ ਬੜਾ ਤਾਲਮੇਲ ਰਿਹਾ ਇੱਕ ਦੂਜੇ ਦੇ ਨਾਲ। ਮਸਲਨ ਕਿ ਦੀਵਾਨ ਕੌੜਾਮਲ ਚਾਕਰ ਹੈ ਵਿਰੋਧੀ ਦਾ, ਪਰ ਉੱਥੇ ਚਾਕਰ ਰਹਿ ਕੇ ਵੀ ਉਹ ਸਿੱਖੀ ਦਾ ਜੋ ਆਪਣੇ ਅਹੁਦੇ 'ਤੇ ਰਹਿ ਕੇ ਭਲਾ ਕਰ ਸਕਦਾ ਉਹਨੇ ਕੀਤਾ। ਦੂਜਿਆਂ ਨੇ ਉਹਨੂੰ ਇਸ ਕਰਕੇ ਤਿਰਸਕਾਰਿਆ ਨਹੀਂ ਹੈ ਵੀ ਤੂੰ ਤਾਂ ਕਿਸੇ ਦਾ ਚਾਕਰ ਹੋ ਗਿਆ। ਜਿਹੜੇ ਮਿਲਵਰਤਣੀਏ ਸੀਗੇ, ਆਲਾ ਸਿੰਘ ਹੁਣਾਂ ਵਰਗੇ, ਉਹਨਾਂ ਨੇ ਵੀ ਜਦੋਂ ਵੱਡਾ ਘੱਲੂਘਾਰਾ ਹੋਇਆ ਤਾਂ ਉਹ ਅਬਦਾਲੀ ਜਦੋਂ ਹਮਲਾਵਰ ਹੋ ਕੇ ਆਇਆ ਤਾਂ ਅਬਦਾਲੀ ਦੇ ਖਿਲਾਫ ਤੇ ਨਹੀਂ ਖੜ ਸਕੇ, ਪਰ ਜਿਹੜੇ ਫੱਟੜ ਸੀਗੇ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਮਰਮ ਪੱਟੀ, ਘੋੜਿਆਂ ਦੀ ਦਾਣਾ ਪੱਠਾ, ਉਹਦੀ ਜ਼ਰੂਰ ਸੇਵਾ ਕੀਤੀ। ਉਹਨਾਂ ਨੇ ਵੀ ਆਪਦਾ ਇੱਕ ਰੋਲ ਨਿਭਾਇਆ। ਤਾਂ ਸਿੱਖਾਂ ਨੇ ਉਹਨੂੰ ਇਹ ਨਹੀਂ ਕਿਹਾ ਵੀ ਭਾਈ ਜਦੋਂ ਮੈਂ ਅਬਦਾਲੀ ਹਮਲਾਵਰ ਹੋਇਆ ਸੀਗਾ ਉਦੋਂ ਤੂੰ ਕਿੱਥੇ ਸੀਗਾ, ਜਿੰਨੇ ਕੁ ਜੋਗਾ ਸੀਗਾ ਉਨੀ ਕੁ ਉਹਦੀ ਸੇਵਾ ਪ੍ਰਵਾਨ ਕੀਤੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਐਵੇਂ ਹੀ ਹੋਇਆ। ਦੂਸਰੇ ਪਾਸੇ ਨੂੰ ਵੀ ਇਹ ਗੱਲ ਉਵੇਂ ਹੀ ਸੀਗੀ ਵੀ ਜਿਹੜੇ ਚਾਕਰ ਸਿੱਖ ਸੀਗੇ ਉਹ ਆਪਣੇ ਆਪ ਨੂੰ ਫਿਰ ਪੰਥ ਦੇ ਪਾਤਸ਼ਾਹ ਜਾਂ ਪੰਥ ਦਾ ਹਿੱਸਾ ਨਹੀਂ ਮੰਨਦੇ ਸੀਗੇ। ਜਿਹੜੇ ਮਿਲਵਰਤਣੀਏ ਸੀਗੇ ਉਹਨਾਂ ਨੂੰ ਵੀ ਪਤਾ ਸੀਗਾ ਕਿ ਪੰਥ ਉਹ ਆ ਜਿਹਨੇ ਬਾਗੀ ਤੇ ਬਾਦਸ਼ਾਹ ਲਈ ਲੜਨਾ, ਜਿਹੜੀ ਅਕਾਲੀ ਫੌਜ ਹੈ, ਅਸੀਂ ਉਹ ਨਹੀਂ ਹੈ। ਅੱਜ ਇਸ ਤੇ ਹੀ ਗੜਬੜ ਹੈ। ਅੱਜ ਜਿਹੜਾ ਪੋਲੀਟੀਕਲ ਪਾਰਟੀ 'ਚ ਕਿਸੇ ਦੂਜੀ ਪਾਰਟੀ ਦੇ ਵਿੱਚ ਵੀ ਹੈ, ਉਹ ਵੀ ਆਪਣੇ ਆਪ ਨੂੰ ਪੰਥ ਦਾ ਹੀ ਕਹੀ ਜਾਂਦਾ ਕਿ ਮੈਂ ਪੰਥ ਹੈਗਾ ਜੀ, ਮੇਰੇ ਅਨੁਸਾਰ ਹੀ ਪੰਥ ਚੱਲੇ। ਜਿਹੜੇ ਇੱਥੇ ਇੰਡੀਅਨ ਵੋਟ ਪੋਲੀਟਿਕਸ ਦੇ ਅੰਦਰ ਚੱਲ ਰਹੇ ਨੇ, ਉਹ ਤਾਂ ਦਿੱਲੀ ਦੇ ਤਖਤ ਨੂੰ ਆਪਣੇ ਤੋਂ ਉੱਤੇ ਮੰਨ ਕੇ ਚੱਲ ਰਹੇ ਨੇ ਨਾ। ਉਹ ਸੂਬੇਦਾਰ ਹੀ ਬਣ ਸਕਦੇ ਵੱਧ ਤੋਂ ਵੱਧ ਪੰਜਾਬ ਦੇ, ਉਹ ਦਿੱਲੀ ਦੇ ਵਾਰਸ ਤੇ ਬਣ ਨਹੀਂ ਸਕਦੇ। ਉਹ ਵੀ ਆਪਣੇ ਆਪ ਨੂੰ ਪੰਥ ਹੀ ਕਹੀ ਜਾਂਦੇ। ਤਾਂ ਇੱਥੇ ਹੀ ਪ੍ਰੋਬਲਮ ਹੈ। ਇਹ ਖਾੜਕੂ ਮੂਵਮੈਂਟ ਵੇਲੇ ਵੀ ਰਹੀ ਪ੍ਰੋਬਲਮ। ਖਾੜਕੂ ਮੂਵਮੈਂਟ ਵੇਲੇ ਇਹ ਹੋਇਆ ਵੀ ਜਿਹੜੇ ਸ਼ਹਾਦਤਾਂ ਦੇ ਰਹੇ ਆ, ਉਹਨਾਂ ਦੀ ਸ਼ਹਾਦਤਾਂ ਦੇ ਸਦਕਾ ਉਸ ਮੂਵਮੈਂਟ ਦਾ ਜਿਹੜਾ ਨਿਸ਼ਾਨਾ ਹੈ ਖਾਲਿਸਤਾਨ, ਉਹਦੀ ਬੜੀ ਇੱਜ਼ਤ ਹੋਈ। ਅਤੇ ਉਸ ਇੱਜ਼ਤ ਦੇ ਸਦਕਾ ਕੁਛ ਬੰਦੇ ਜਿਹੜੇ ਸੰਤਾਂ ਦੇ ਨਾਲ ਰਹੇ, ਉਹ ਪੰਜਾਬ ਦੀ ਵੋਟਾਂ ਦੀ ਸੂਬੇਦਾਰੀ ਲਿਆ ਚਾਹੁੰਦੇ ਅਤੇ ਅੱਜ ਤੱਕ ਹੀ ਲੈਣਾ ਚਾਹੁੰਦੇ। ਉਹ ਨਿਸ਼ਚਿਤ ਰੂਪ ਦੇ ਵਿੱਚ ਤੀਜੀ ਕੈਟਾਗਰੀ ਦੇ ਵਿੱਚ ਆਉਂਦੇ ਆ। ਜੇ ਉਹ ਤੀਜੀ ਕੈਟਾਗਰੀ ਦੇ ਵਿੱਚ ਆਪਣੀ ਕੋਈ ਜਗ੍ਹਾ ਤਲਾਸ਼ਣ ਤਾਂ ਠੀਕ ਹੈ, ਪਰ ਸਮੱਸਿਆ ਇਹ ਆ ਕਿ ਉਹ ਕਹਿੰਦੇ ਕਿ ਅਸੀਂ ਪੰਥ ਹੈ। ਤਾਂ ਪੰਥ ਦੇ ਵਿੱਚ ਇਹ ਬਹੁਤ ਸਪਸ਼ਟ ਗੱਲ ਸੀਗੀ ਕਿ ਤਖਤ ਦੇ ਵਾਰਸ ਉਹ ਬੰਦੇ ਹੋਣੇ ਆ ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਲੜਨਾ। ਸੋ ਇਸ ਕਰਕੇ ਇਹ ਜਿਹੜੇ ਬੱਬਰ ਨੇ ਇਹ ਉਸ ਕੈਟਾਗਰੀ 'ਚ ਸੀਗੇ। ਅੱਜ ਆਪਾਂ ਨੂੰ ਵੀ ਸਾਰਿਆਂ ਨੂੰ ਆਪਣਾ ਆਪ ਜਿਹੜਾ ਹੈਗਾ
ਉਹ ਪਰਖਣ ਦੀ ਪਰਚੋਲਣ ਦੀ ਲੋੜ ਹੈ ਕਿ ਅਸੀਂ ਕਿੱਥੇ ਖੜਦੇ ਹਾਂ। ਜੇ ਸਾਡੀਆਂ ਲਾਲਸਾਵਾਂ ਕਿਸੇ ਦੇ ਚਾਕਰ ਬਣ ਕੇ ਹੀ ਪੂਰੀਆਂ ਹੁੰਦੀਆਂ ਨੇ ਤਾਂ ਆਪਾਂ ਨੂੰ ਪੰਥ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਜੇ ਸਾਡੀਆਂ ਲਾਲਸਾਵਾਂ ਸੂਬੇਦਾਰ ਬਣ ਕੇ ਹੀ ਪੂਰੀਆਂ ਹੁੰਦੀਆਂ ਨੇ ਤੇ ਆਪਾਂ ਨੂੰ ਪੰਥ ਵਾਲੇ ਮਸਲੇ ਦੇ ਵਿੱਚ ਜਾ ਕੇ ਟੰਗ ਨਹੀਂ ਅੜਾਉਣੀ ਚਾਹੀਦੀ ਹੈ। ਤਾਂ ਪੰਥ, ਬਾਕੀ ਆਖਰੀ ਗੱਲ ਕਹਿ ਕੇ ਮੈਂ ਖਿਮਾ ਲੈਣੀ ਆ ਕਿ ਬਹੁਤ ਬੰਦਿਆਂ ਨੂੰ ਇਹ ਰਹਿੰਦਾ ਹੈ ਕਿ ਖਰੇ ਪੰਥ ਉਹਨਾਂ ਦੇ ਸਿਰ 'ਤੇ ਆ। ਇਹ ਬਹੁਤ ਵੱਡਾ ਭੁਲੇਖਾ ਹੈ। ਜਦੋਂ ਅਕਾਲੀ ਲਹਿਰ ਦੇ ਵਿੱਚ ਪਹਿਲੀ ਸ਼ਹਾਦਤ ਹੋਈ ਤਰਨਤਾਰਨ ਸਾਹਿਬ, ਥੋੜ੍ਹੇ ਜਿਹੇ ਸਿੱਖ ਗਏ। ਹਜ਼ਾਰਾ ਸਿੰਘ ਹੁਣੀ ਸੀਗੇ ਜਿਹੜੇ ਸਭ ਤੋਂ ਪਹਿਲਾਂ ਸ਼ਹੀਦ ਹੋਏ। ਜਦੋਂ ਜਾਣ ਲੱਗੇ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਬਹੁਤ ਥੋੜ੍ਹੇ ਹੋ, ਤੁਹਾਡੇ ਤੋਂ ਇਹ ਜਿੱਤਿਆ ਨਹੀਂ ਜਾਣਾ ਹੈ। ਤੇ ਉਹ ਕਹਿੰਦੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਚੱਲੇ ਆ ਕਿ ਪੰਥ ਦਸ਼ਮੇਸ਼ ਦਾ ਰਾਖਾ ਗੁਰੂ ਆਪ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਪੰਥ ਦੇ ਆਪ ਵਾਰਸ ਹੈ। ਉਹਨਾਂ ਨੇ ਪੰਥ ਦੀ ਬੁਲੰਦੀ, ਪੰਥ ਦੀ ਸ਼ਾਨ ਆਪ ਕਰ ਲੈਣੀ। ਜਿੱਦਾਂ ਹੁਣ ਕਿਸਾਨੀ ਮੋਰਚੇ 'ਚ ਹੋਈ। ਕਿਸਾਨੀ ਮੋਰਚੇ ਦੇ ਵਿੱਚ ਗੁਰੂ ਖਾਲਸਾ ਪੰਥ ਦੀ ਅਜ਼ਮਤ ਦੇ ਝੰਡੇ ਅਸਮਾਨ ਜਿੰਨੇ ਉੱਚੇ ਬੁਲੰਦ ਹੋਏ। ਪਰ ਜੇ ਤੁਸੀਂ ਕਹੋ ਕਿਸੇ ਬੰਦੇ ਦੀ ਭੂਮਿਕਾ ਲੱਭੋ ਜਾਂ ਕਿਸੇ ਜਥੇਬੰਦੀ ਦੀ ਭੂਮਿਕਾ ਲੱਭੋ, ਲੱਭਦੀ ਨਹੀਂ ਹੈ। ਬਿਨਾਂ ਕਿਸੇ ਜਥੇਬੰਦੀ ਦੇ ਸਪਸ਼ਟ ਰੂਪ ਤੋਂ ਬਿਨਾਂ ਗੁਰੂ ਖਾਲਸਾ ਪੰਥ ਦੀ ਜਿਹੜੀ ਅਜ਼ਮਤ ਸ਼ਾਨ ਹੈ ਉਹ ਬੁਲੰਦ ਹੋਈ। ਮਹਾਰਾਜ ਆਪਦੇ ਪੰਥ ਦੀ ਸ਼ਾਨ ਆਪ ਬੁਲੰਦ ਕਰਨ ਦੇ ਸਮਰੱਥ ਹੈ। ਆਪਾਂ ਅਰਦਾਸ ਕਰੀਏ ਕਿ ਮਹਾਰਾਜ ਦੇ ਇਸ ਕਾਰਜ ਦੇ ਵਿੱਚ ਜਿਹੜਾ ਮਹਾਰਾਜ ਨੇ ਪੰਥ ਸਾਜਿਆ, ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਉਹਦੇ ਹੁਕਮ ਦੇ ਨਾਲ, ਜਿਹਨੇ ਸਦਾ ਸੁਰ ਸੰਘਾਰਨੇ ਆ, ਸੰਕਟ ਖਤਮ ਕਰਨੇ ਆ, ਦੁਰਜਨ ਨਿਵਾਰਨੇ ਆ, ਉਸ ਸੇਵਾ ਦੇ ਜਗ ਦੇ ਵਿੱਚ ਮਹਾਰਾਜ ਆਪਣੇ ਕੋਲੋਂ ਵੀ ਇਹਨਾਂ ਸ਼ਹੀਦਾਂ ਦੇ ਰਸਤੇ 'ਤੇ ਚੱਲਦੇ ਆ ਕੁਛ ਤਿਲ ਫੁੱਲ ਸੇਵਾਵਾਂ ਮਹਾਰਾਜ ਲੈ ਲੈਣ। ਇੰਨੀਆਂ ਕੁ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। you.